सेनावां दे मुखिया ने स्पष्ट कर दिता है कि अग्निपथ स्कीम रद्द नहीं करांगे, इसनूं जारी रखांगे, असीं पिछे नहीं हटांगे, अंदोलनकारियों दे लई साडे कोल थां नहीं है। 1325 ਦੇ ਵਿੱਚ ਉਹਨਾਂ ਦਾ ਰਾਜ ਆਇਆ ਸੀ। ਮੁਹੰਮਦ ਬਿਨ ਤੁਗਲਕ ਉਹਨਾਂ ਨੂੰ ਕਹਿੰਦੇ ਨੇ। ਉਹਨਾਂ ਦੇ ਤੇ ਨਰਿੰਦਰ ਮੋਦੀ ਦੇ ਵਿੱਚ ਕਈ ਸਮਾਨਤਾਵਾਂ ਨੇ। ਉਹਨਾਂ ਨੇ ਇੱਕ ਫੌਜ ਭਰਤੀ ਕੀਤੀ, ਪਲਾਨ ਬਣਾਇਆ ਵੀ ਆਪਾਂ ਖੁਰਾਸਾਨ ਦੇ ਉੱਤੇ ਹਮਲਾ ਕਰਾਂਗੇ। ਫੌਜ ਤਿਆਰ ਕੀਤੀ, ਉਹਨੂੰ ਬਹੁਤ ਟ੍ਰੇਨਿੰਗ ਦਿੱਤੀ, ਉਹਨਾਂ ਨੂੰ ਤਨਖਾਹਾਂ ਦਿੱਤੀਆਂ। ਜਦੋਂ ਪੂਰੀ ਤਰ੍ਹਾਂ ਫੌਜ ਤਿਆਰ ਹੋ ਗਈ ਨਾ ਤਾਂ ਮੁਹੰਮਦ ਬਿਨ ਤੁਗਲਕ ਨੇ ਕਿਹਾ ਕਿ ਨਹੀਂ, ਖੁਰਾਸਾਨ 'ਤੇ ਹਮਲਾ ਕਰਨਾ ਠੀਕ ਨਹੀਂ, ਤੁਸੀਂ ਆਪਣੇ ਘਰੇ ਜਾਓ। ਇਹਦੇ ਨਾਲ ਕੀ ਹੋਇਆ, ਜਿਹੜੇ ਬੇਰੁਜ਼ਗਾਰ ਸੀ, ਕਿਉਂਕਿ ਕੋਈ ਪੈਨਸ਼ਨ ਉਹਨਾਂ ਨੂੰ ਵੀ ਨਹੀਂ ਸੀ ਕੋਈ, ਉਹਨਾਂ ਸਾਰੇ ਡਾਕੂ ਬਣ ਗਏ ਤੇ ਡਾਕੇ ਮਾਰਨੇ ਸ਼ੁਰੂ ਕਰਤੇ। 21 ਸਾਲ ਦਾ ਇੱਕ ਨੌਜਵਾਨ ਜਿਹੜਾ ਪੂਰੀ ਤਰ੍ਹਾਂ ਫਿਜ਼ੀਕਲੀ ਫਿੱਟ ਹੈ, ਹਥਿਆਰ ਚਲਾਉਣੇ ਜਾਣਦਾ ਹੈ, ਉਹ ਕੀ ਕਰੂਗਾ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਨਰਿੰਦਰ ਮੋਦੀ ਨੂੰ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਬਣਾਇਆ। ਅਸੀਂ ਉਹਨਾਂ ਦੇ ਕੋਈ ਵਿਰੋਧੀ ਜਾਂ ਬੈਰੀ ਨਹੀਂ। ਜੇ ਐਕਸਪੈਂਡੀਚਰ ਤੁਸੀਂ ਘਟਾਉਣਾ ਹੈ ਤਾਂ ਤੁਸੀਂ ਆਮ ਲੋਕਾਂ ਦੀ ਜੇਬ ਕੁਤਰੋਗੇ। ਤੁਸੀਂ ਆਪਣੇ ਐਕਸਪੈਂਡੀਚਰਸ ਘਟਾਓ। ਤੁਹਾਡੇ ਐਡੇ ਐਡੇ ਜਹਾਜ਼ ਨੇ, ਤੁਹਾਡੇ ਪਿੱਛੇ ਇੰਨੀ ਸਿਕਿਉਰਿਟੀ ਹੈ, ਤੁਸੀਂ ਉਹਨੂੰ ਘੱਟ ਕਰੋ। ਮੈਂ 178 ਰੁਪਏ ਦਾ ਰਿਚਾਰਜ ਕਰਾਉਣਾ ਆਪਣੇ ਫ਼ੋਨ 'ਚ ਅਤੇ ਮੈਂ 1 ਮਹੀਨਾ ਫ੍ਰੀ ਕਾਲਿੰਗ ਕਰਦਾ ਅਤੇ ਇਹਨਾਂ ਨੂੰ 25-25 ਹਜ਼ਾਰ ਇੱਕ ਮੰਤਰੀ ਨੂੰ ਕਾਲ ਦਾ ਮਿਲਦਾ। ਕਾਹਦਾ ਉਹ? ਘਰ ਦੇ ਵਿੱਚ ਐਕਸਪੈਂਸਿਸ ਵੱਧ ਜਾਣਾ ਤਾਂ ਆਪਾਂ ਪਿਤਾ ਦੀ ਸ਼ਰਾਬ ਬੰਦ ਕਰਾਂਗੇ ਕਿ ਬੱਚੇ ਦਾ ਦੁੱਧ ਬੰਦ ਕਰਾਂਗੇ। ਸੈਨਾ ਨੇ ਤਾਂ ਸਪਸ਼ਟ ਕਰ ਦਿੱਤਾ ਕਿ ਅਸੀਂ ਇਸ ਨੂੰ ਰੱਦ ਨਹੀਂ ਕਰ ਰਹੇ, ਜਾਰੀ ਰਹੇਗੀ। ਫਿਰ ਇਸ ਤੋਂ ਬਾਅਦ ਅਗਲਾ ਸਟੈਪ ਕੀ ਰਹਿ ਜਾਂਦਾ? ਅੱਗੇ ਕਿੱਥੇ ਜਾਣਗੇ ਲੋਕ ਕਿ ਇਹਨੂੰ ਰੱਦ ਕਰਾਉਣਾ? ਇਸ ਡਿਸੀਜਨ ਨੂੰ ਜਲਦੀ ਤੋਂ ਜਲਦੀ ਵਿਡਰਾਅ ਕਰੋ। ਇਹ ਬਹੁਤ ਖਤਰਨਾਕ ਸਿੱਧ ਹੋਣ ਵਾਲਾ ਹੈ। ਕੇਂਦਰ ਸਰਕਾਰ ਨੇ ਅਗਨੀਪਥ ਸਕੀਮ ਜਦੋਂ ਹੀ ਲਾਂਚ ਕੀਤੀ, ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇਸ਼ ਦੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਨੇ ਕਿ ਅਗਨੀਪਥ ਸਕੀਮ ਦੇਸ਼ ਦੇ ਨੌਜਵਾਨਾਂ ਦੇ ਲਈ ਔਰ ਦੇਸ਼ ਦੀ ਸੁਰੱਖਿਆ ਦੇ ਲਈ, ਦੋਨਾਂ ਦੇ ਲਈ ਲਾਭਦਾਇਕ ਸਿੱਧ ਹੋਵੇਗੀ। ਉਸ ਦੇ ਫਾਇਦੇ ਗਿਣਾਉਂਦੇ ਨੇ। ਪਰ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਅੰਦਰ, ਪੰਜਾਬ ਦੇ ਨਾਲ ਨਾਲ ਬਾਕੀ ਸੂਬਿਆਂ ਦੇ ਵਿੱਚ ਵੀ ਐਸੀ ਅਗਨੀਪਥ ਸਕੀਮ ਦੇ ਆਉਣ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਕਿ ਜਿਸ ਨਾਲ ਦੇਸ਼ ਦੀ ਸਰਕਾਰੀ ਪ੍ਰਾਪਰਟੀ ਦਾ ਵੀ ਨੁਕਸਾਨ ਹੁੰਦਾ ਹੈ ਔਰ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਸ ਸਕੀਮ ਦਾ ਨੁਕਸਾਨ ਹੀ ਨੁਕਸਾਨ ਹੈ। ਪਰ ਦੂਜੇ ਪਾਸੇ ਸਰਕਾਰ ਹਾਲੇ ਵੀ ਕਹਿ ਰਹੀ ਹੈ ਔਰ ਸੈਨਾਵਾਂ ਦੇ ਮੁਖੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਨੀਪਥ ਸਕੀਮ ਰੱਦ ਨਹੀਂ ਕਰਾਂਗੇ, ਇਸ ਨੂੰ ਜਾਰੀ ਰੱਖਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ, ਅੰਦੋਲਨਕਾਰੀਆਂ ਦੇ ਲਈ ਸਾਡੇ ਕੋਲ ਥਾਂ ਨਹੀਂ ਹੈ। ਇਸੇ ਦੇ ਉੱਤੇ ਹੀ ਅਸੀਂ ਚਰਚਾ ਕਰਾਂਗੇ। ਮੇਰੇ ਨਾਲ ਇੱਕ ਨੌਜਵਾਨ ਪੰਜਾਬ ਦੇ ਜਿਨ੍ਹਾਂ ਦਾ ਨਾਮ ਹੈ ਮਣੀ ਮਹੇਸ਼, ਡਿਗਰੀ ਹੋਲਡਰ ਨੇ। ਇਹ ਕੀ ਸੋਚਦੇ ਨੇ ਨੌਜਵਾਨ ਹੋਣ ਦੇ ਨਾਤੇ ਅਗਨੀਪਥ ਸਕੀਮ ਬਾਰੇ, ਇਹੀ ਅਸੀਂ ਜਾਣਦੇ ਹਾਂ। ਮਣੀ, ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਅਗਨੀਪਥ ਸਕੀਮ ਬਾਰੇ ਤੁਹਾਡਾ ਵਿਚਾਰ ਕੀ ਹੈ? ਦੇਖੋ, ਆਪਣੇ ਦੇਸ਼ ਦੇ ਵੀ ਇੱਕ ਰਾਜਾ ਹੋਏ ਨੇ। 1325 ਦੇ ਵਿੱਚ ਉਹਨਾਂ ਦਾ ਰਾਜ ਆਇਆ ਸੀ। ਉਹਨਾਂ ਦਾ ਨਾਮ ਸੀ ਜੂਨਾ ਖਾਨ। ਮੁਹੰਮਦ ਬਿਨ ਤੁਗਲਕ ਉਹਨਾਂ ਨੂੰ ਕਹਿੰਦੇ ਨੇ। ਅਤੇ ਉਹਨਾਂ ਨੂੰ ਹਿਸਟਰੀ ਦੇ ਵਿੱਚ ਦਾ ਵਾਈਜ਼ੈਸਟ ਫੂਲ, ਹਿਸਟੋਰੀਅਨਸ ਦਾ ਵਾਈਜ਼ੈਸਟ ਫੂਲ, ਸਭ ਤੋਂ ਬੁੱਧੀਮਾਨ ਮੂਰਖ ਕਹਿੰਦੇ ਨੇ। ਉਹਨਾਂ ਦੇ ਤੇ ਨਰਿੰਦਰ ਮੋਦੀ ਦੇ ਵਿੱਚ ਕਈ ਸਮਾਨਤਾਵਾਂ ਨੇ। ਸਭ ਤੋਂ ਪਹਿਲੀ ਤਾਂ ਉਹਨਾਂ ਨੇ ਇੱਕ ਸਕੀਮ ਲਾਂਚ ਕੀਤੀ ਸੀ, ਟੋਕਨ ਕਰੰਸੀ। ਉਹਦੇ ਵਿੱਚ ਕੀ ਸੀ ਵੀ ਤੁਸੀਂ ਜਿਹੜਾ ਕਾਪਰ ਕੋਇਨ ਹੈ, ਤਾਂਬੇ ਦੇ ਜਿਹੜਾ ਕੋਇਨ ਹੈ, ਉਹਦੇ ਨਾਲ ਸਿਲਵਰ ਕੋਇਨ ਨੂੰ ਰਿਪਲੇਸ ਕਰ ਸਕਦੇ ਸੀ। ਅਤੇ ਉਹ ਬਹੁਤ ਡਿਜ਼ਾਸਟਰਸ ਸਕੀਮ ਸੀ। ਇਹੋ ਜਿਹੀ ਇੱਕ ਸਕੀਮ ਨਵੰਬਰ 2016 ਦੇ ਵਿੱਚ ਨਰਿੰਦਰ ਮੋਦੀ ਲੈ ਕੇ ਆਏ, ਜਿਹਨੂੰ ਡੀਮੋਨੇਟਾਈਜੇਸ਼ਨ ਕਹਿੰਦੇ ਆਪਾਂ। ਅਤੇ ਦੋਵੇਂ ਸਕੀਮਾਂ ਬਿਲਕੁਲ ਸੇਮ ਸੀ ਅਤੇ ਰਿਜ਼ਲਟਸ ਵੀ ਬਿਲਕੁਲ ਸੇਮ ਸੀ। ਅਤੇ ਮੁਹੰਮਦ ਬਿਨ ਤੁਗਲਕ ਇੱਕ ਹੋਰ ਸਕੀਮ ਲੈ ਕੇ ਆਏ ਜਿਹਨੂੰ ਖੁਰਾਸਾਨ ਐਕਸਪੈਡੀਸ਼ਨ ਕਹਿੰਦੇ ਨੇ। ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਫੌਜ ਭਰਤੀ ਕੀਤੀ ਅਤੇ ਇੱਕ ਪਲਾਨ ਬਣਾਇਆ ਵੀ ਆਪਾਂ ਖੁਰਾਸਾਨ ਦੇ ਉੱਤੇ ਹਮਲਾ ਕਰਾਂਗੇ। ਫੌਜ ਤਿਆਰ ਕੀਤੀ, ਉਹਨੂੰ ਬਹੁਤ ਟ੍ਰੇਨਿੰਗ ਦਿੱਤੀ, ਉਹਨਾਂ ਨੂੰ ਤਨਖਾਹਾਂ ਦਿੱਤੀਆਂ। ਜਦੋਂ ਪੂਰੀ ਤਰ੍ਹਾਂ ਫੌਜ ਤਿਆਰ ਹੋ ਗਈ ਨਾ ਤਾਂ ਮੁਹੰਮਦ ਬਿਨ ਤੁਗਲਕ ਨੇ ਕਿਹਾ ਕਿ ਨਹੀਂ, ਖੁਰਾਸਾਨ 'ਤੇ ਹਮਲਾ ਕਰਨਾ ਠੀਕ ਨਹੀਂ, ਤੁਸੀਂ ਆਪਣੇ ਘਰੇ ਜਾਓ। ਇੱਕ ਵੈਲ ਟ੍ਰੇਨਡ ਫੌਜ ਜਿਹੜੀ ਕਿ ਹਥਿਆਰ ਚਲਾਉਣਾ ਜਾਣਦੀ ਸੀ, ਫਿਜ਼ੀਕਲੀ ਫਿੱਟ ਸੀ, ਉਹ ਘਰੇ ਬੇਰੁਜ਼ਗਾਰ ਕਰਕੇ ਬਿਠਾਤੀ। ਇਹਦੇ ਨਾਲ ਕੀ ਹੋਇਆ, ਜਿਹੜੇ ਬੇਰੁਜ਼ਗਾਰ ਸੀ, ਕਿਉਂਕਿ ਕੋਈ ਪੈਨਸ਼ਨ ਉਹਨਾਂ ਨੂੰ ਵੀ ਨਹੀਂ ਸੀ ਕੋਈ, ਅਤੇ ਉਹਨਾਂ ਨੇ ਕੀ ਮਹਿਸੂਸ ਕੀਤਾ, ਯਾਰ ਵੀ ਭੁੱਖਮਰੀ ਦਾ ਦੌਰ ਆ ਗਿਆ, ਭੁੱਖਮਰੀ ਆ ਗਈ। ਉਹਨਾਂ ਸਾਰੇ ਡਾਕੂ ਬਣ ਗਏ ਅਤੇ ਡਾਕੇ ਮਾਰਨੇ ਸ਼ੁਰੂ ਕਰਤੇ। ਅਤੇ ਸਰਕਾਰ ਦਾ ਅਤੇ ਉਸ ਸਮੇਂ ਦੀ ਸਰਕਾਰਾਂ ਦਾ ਸਾਰਾ ਜ਼ੋਰ ਉਹਨਾਂ ਦੇ ਦਮਨ 'ਤੇ ਲੱਗ ਗਿਆ ਅਤੇ ਪੂਰਾ ਦਾ ਪੂਰਾ ਸਿਸਟਮ ਕਲੈਪਸ ਹੋ ਗਿਆ। ਤਰਾਹੀ ਮੱਚ ਗਈ, ਸਾਰੀ ਸਰਕਾਰ ਪਰੇਸ਼ਾਨ, ਸਾਰੀ ਜਨਤਾ ਪਰੇਸ਼ਾਨ। ਉਹੇ ਜੀ ਇੱਕ ਸਕੀਮ ਅਗਨੀਪਥ ਨਰਿੰਦਰ ਮੋਦੀ ਜੀ ਲੈ ਕੇ ਆਏ ਹੈ। ਉਸੇ ਜਿਹੜੇ ਤੁਗਲਕ ਦੇ ਫਰਮਾਨ ਨੂੰ ਹੁਣ ਵੀ ਉਸੇ ਨਾਲ ਜੋੜ ਕੇ ਦੇਖ ਰਹੇ ਹੋ ਕਿ ਅਗਨੀਪਥ ਸਕੀਮ ਇਹੀ ਹੈ? ਬਿਲਕੁਲ। ਤੁਸੀਂ ਦੇਖੋ, 17 ਸਾਲ ਦੀ ਉਮਰ ਦੇ ਵਿੱਚ ਇੱਕ ਨੌਜਵਾਨ ਭਰਤੀ ਹੋਇਆ। 4 ਸਾਲ ਦੇ ਵਿੱਚ ਉਹਨੂੰ ਟ੍ਰੇਨਿੰਗ ਦਿੱਤੀ, ਉਹਨੂੰ ਸਾਰਾ ਕੁਝ ਸਿਖਾ ਕੇ ਸਿਰਫ 4 ਸਾਲ ਦੇ ਵਿੱਚ ਉਹਨੂੰ ਵਾਪਸ ਭੇਜਤਾ ਘਰੇ। 21 ਸਾਲ ਦੀ ਉਮਰ ਦੇ ਵਿੱਚ ਉਹ ਘਰੇ ਆ ਕੇ ਅਵਾਰਾ ਹੋ ਗਿਆ, ਬੇਰੁਜ਼ਗਾਰ ਹੋ ਗਿਆ, ਕੋਈ ਪੈਨਸ਼ਨ ਤਾਂ ਹੈ ਨਹੀਂ। ਵਿਰੋਧ ਤੋਂ ਬਾਅਦ ਤਾਂ 2 ਸਾਲ ਦਾ ਹੋਰ ਵਾਧਾ ਕਰਤਾ, ਕਹਿੰਦੇ 23 ਸਾਲ ਤੱਕ ਰਿਟਾਇਰਮੈਂਟ ਹੋ ਸਕਦੀ। 2 ਸਾਲ ਦਾ ਐਵੇਂ ਦਾ ਉਹ ਅਪ ਟੂ
25% ਨੂੰ ਐਵੇਂ ਵੀ ਕਹਿ ਰਹੇ ਨੇ ਵੀ ਅੱਗੇ ਤੱਕ ਲੈ ਕੇ ਜਾਵਾਂਗੇ। ਆਪਾਂ ਫਿਲਹਾਲ 2-4 ਸਾਲਾਂ ਵਾਲੀ ਗੱਲ ਕਰਾਂ ਜਿਹੜੀ ਉਹਨਾਂ ਦੀ ਸਕੀਮ ਹੈ, ਤੇ ਉਹਦੇ 'ਚ ਉਹ ਕਹਿੰਦੇ ਨੇ ਵੀ ਆਪਾਂ 4 ਸਾਲਾਂ ਬਾਅਦ ਉਹਨੂੰ ਘਰੇ ਭੇਜਤਾ। 4 ਸਾਲਾਂ ਦਾ ਇੱਕ ਨੌਜਵਾਨ 21 ਸਾਲ ਦਾ ਇੱਕ ਨੌਜਵਾਨ ਜਿਹੜਾ ਪੂਰੀ ਤਰ੍ਹਾਂ ਫਿਜ਼ੀਕਲੀ ਫਿੱਟ ਹੈ ਤੇ ਹਥਿਆਰ ਚਲਾਣੇ ਜਾਣਦਾ ਹੈ, ਉਹ ਕੀ ਕਰੂਗਾ? ਉਹ ਉਹੀ ਕਰੂਗਾ ਜਿਹੜੇ ਤੁਗਲਕ ਦੇ ਸਮੇਂ 'ਚ ਹੋਇਆ। ਤੇ ਮੈਂ ਇਹ ਦੱਸਣਾ ਚਾਹੁੰਦਾ ਵੀ ਨਰਿੰਦਰ ਮੋਦੀ ਜੀ, ਤੁਹਾਡਾ ਇਹ ਤੁਸੀਂ ਪਹਿਲਾਂ ਵੀ ਬੜੇ ਗਲਤ ਡਿਸੀਜਨ ਲਏ ਨੇ, ਪਰ ਤੁਸੀਂ ਇਸ ਡਿਸੀਜਨ ਨੂੰ ਜਲਦੀ ਤੋਂ ਜਲਦੀ ਵਿਡਰਾਅ ਕਰੋ। ਇਹ ਬਹੁਤ ਖਤਰਨਾਕ ਸਿੱਧ ਹੋਣ ਵਾਲਾ ਹੈ। ਤੇ ਤੁਸੀਂ ਦੇਖਿਓ, ਇਹ ਨਾ ਜਿਹੜੀ ਅੱਜ ਅੱਗ ਫੈਲੀ ਹੈ, ਜਿਹੜੀ ਬਿਹਾਰ 'ਚ, ਪੰਜਾਬ 'ਚ, ਮਹਾਰਾਸ਼ਟਰ 'ਚ ਫੈਲੀ ਹੈ, ਇਹ ਰਾਇਸੀਨਾ ਹਿਲਸ ਤੱਕ ਨਾ ਵਗ ਜੇ। ਤਾਂ ਕਰਕੇ ਤੁਹਾਨੂੰ ਬੇਨਤੀ ਹੈ, ਇਸ ਸਕੀਮ ਨੂੰ ਜਲਦੀ ਤੋਂ ਜਲਦੀ ਵਾਪਸ ਲਓ। ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਨਰਿੰਦਰ ਮੋਦੀ ਨੂੰ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਬਣਾਇਆ। ਅਸੀਂ ਉਹਨਾਂ ਦੇ ਕੋਈ ਵਿਰੋਧੀ ਜਾਂ ਬੈਰੀ ਨਹੀਂ। ਸਾਨੂੰ ਨਰਿੰਦਰ ਮੋਦੀ 'ਤੇ ਵੀ ਪੂਰਾ ਵਿਸ਼ਵਾਸ ਹੈ, ਉਹ ਇਸ ਦੇਸ਼ ਦਾ ਕੋਈ ਬੁਰਾ ਨਹੀਂ ਚਾਹੁੰਦੇ। ਪਰ ਜੇ ਉਹ ਗਲਤੀ ਕਰ ਰਹੇ ਤਾਂ ਉਹਨਾਂ ਨੂੰ ਮੰਨਣਾ ਚਾਹੀਦਾ ਹੈ। ਇਹ ਬਹੁਤ ਖਤਰਨਾਕ ਸਕੀਮ ਸਾਬਿਤ ਹੋਣ ਵਾਲੀ ਹੈ। ਉਹਨਾਂ ਨੂੰ ਜਲਦੀ ਤੋਂ ਜਲਦੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਇਹਨੂੰ ਵਿਡਰਾਅ ਕਰੋ ਅਤੇ ਇਸ ਅੱਗ ਨੂੰ ਸ਼ਾਂਤ ਕਰੋ। ਜਿਹੜੀ ਗੱਲ ਦੀ ਰਾਏ ਤੁਸੀਂ ਦੱਸੀ ਹੈ, ਲੋਕਤੰਤਰ ਦੇਸ਼ ਦੇ ਵਿੱਚ ਹਰ ਤਰ੍ਹਾਂ ਦੀ ਰਾਏ ਆਉਂਦੀ ਹੈ। ਜੇ ਸਰਕਾਰ ਕੋਈ ਸਕੀਮ ਲੈ ਕੇ ਆ ਰਹੀ ਹੈ, ਕਾਨੂੰਨ ਲੈ ਕੇ ਆ ਰਹੀ ਹੈ, 3 ਖੇਤੀ ਕਾਨੂੰਨ ਉਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਜੇ ਲੋਕਾਂ ਨੂੰ ਨਹੀਂ ਪਸੰਦ ਆਏ, ਸੜਕਾਂ ਤੇ ਆਏ ਲੋਕ। ਉਸੇ ਤਰ੍ਹਾਂ ਹੁਣ ਇਸ ਅਗਨੀਪਥ ਸਕੀਮ ਤੋਂ ਬਾਅਦ ਨੌਜਵਾਨ ਸੜਕਾਂ ਤੇ ਨੇ। ਇਸ ਦੇ ਵਿੱਚ ਰਾਏ ਕੋਈ ਵੀ ਰੱਖ ਰਿਹਾ ਹੋਵੇ, ਪਰ ਸੈਨਾ ਨੇ ਤਾਂ ਸਪਸ਼ਟ ਕਰ ਦਿੱਤਾ ਕਿ ਅਸੀਂ ਇਸ ਨੂੰ ਰੱਦ ਨਹੀਂ ਕਰ ਰਹੇ, ਇਹ ਜਾਰੀ ਰਹੇਗੀ। ਫਿਰ ਇਸ ਤੋਂ ਬਾਅਦ ਅਗਲਾ ਸਟੈਪ ਕੀ ਰਹਿ ਜਾਂਦਾ? ਅੱਗੇ ਕਿੱਥੇ ਜਾਣਗੇ ਲੋਕ ਇਹਨੂੰ ਰੱਦ ਕਰਾਉਣਾ? ਦੇਖੋ, ਸਭ ਤੋਂ ਲੋਕਤੰਤਰ ਹੈ, ਵਿਰੋਧ ਚੱਲ ਰਿਹਾ ਹੈ। ਤੇ ਮੈਨੂੰ ਪੂਰਾ ਯਕੀਨ ਹੈ ਸਰਕਾਰ ਤਾਂ ਉਦੋਂ ਵੀ ਕਹਿੰਦੀ ਸੀ ਕਿਸਾਨ ਅੰਦੋਲਨ ਵੇਲੇ ਵੀ ਕਿਸੇ ਵੀ ਹਾਲਤ 'ਚ ਸਕੀਮ ਰੱਦ ਨਹੀਂ ਹੋਊਗੀ, ਪਰ ਨਤੀਜੇ ਕੀ ਨਿਕਲੇ ਤੁਹਾਨੂੰ ਪਤਾ ਹੀ ਹੈ। ਉਹੀ ਕੰਮ ਇਹ ਹੋਊਗਾ ਪੂਰੀ ਤਰ੍ਹਾਂ, ਜਦੋਂ ਕਿਰਕਰੀ ਜੇ ਨਾ ਬਦਲੇ ਤਾਂ ਪੂਰੀ ਤਰ੍ਹਾਂ ਸਰਕਾਰ ਜਦੋਂ ਕਿਰਕਰੀ ਹੋਊਗੀ ਉਹਦੀ, ਤੇ ਇਹਨਾਂ ਨੂੰ ਬੈਕਫੁੱਟ 'ਤੇ ਆਉਣਾ ਪਊਗਾ, ਪਿੱਛੇ ਮੁੜਨਗੇ। ਮੈਂ ਇਹਨਾਂ ਨੂੰ ਹਰ ਹਾਲ 'ਚ ਇਸ ਸਕੀਮ ਨੂੰ ਰੱਦ ਕਰਕੇ ਉਹ ਪੁਰਾਣੀ ਭਰਤੀ ਪ੍ਰਕਿਰਿਆ ਬਹਾਲ ਕਰਨੀ ਪਊਗੀ ਜਿਹੜੀ ਪਹਿਲਾਂ ਚੱਲ ਰਹੀ ਸੀ। ਜੇਕਰ ਫੌਜ ਦੀ ਗੱਲ ਕਰੀਏ, ਜਿਵੇਂ ਅਗਨੀਪਥ ਸਕੀਮ ਦੇ ਵਿੱਚ ਮੰਨਿਆ ਕਿ ਇਹ 17.5 ਸਾਲ ਤੋਂ ਲੈ ਕੇ 21 ਸਾਲ ਵਾਲੇ ਨੌਜਵਾਨ ਭਰਤੀ ਹੋਣਗੇ, ਕੁਝ ਹਿੱਸਾ ਜਿਹੜਾ ਅੱਗੇ ਕੰਟੀਨਿਊ ਕਰੇਗਾ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਦੇ ਲਈ ਅਸੀਂ ਇਹ ਨਹੀਂ ਕਿ ਉਹਨਾਂ ਨੂੰ ਬਾਹਰ ਕੱਢ ਕੇ ਪੈਸੇ ਨਹੀਂ ਦੇਣੇ, ਚਾਹੇ ਉਹਨਾਂ ਦੀ ਤਨਖਾਹ 'ਚੋਂ ਹੀ ਕੁਝ ਹਿੱਸਾ ਕੱਟਿਆ ਜਾਣਾ ਹੈ। ਕੁਝ ਰਾਸ਼ੀ ਵੀ ਉਹ ਦੱਸ ਰਹੇ ਆ ਕਿ ਅਸੀਂ ਜਿਹੜੀ ਲੱਖਾਂ ਦੇ ਹਿਸਾਬ ਨਾਲ, ਕਿ 10 ਲੱਖ ਦੀ ਰਾਸ਼ੀ ਦੀ ਗੱਲ ਵੀ ਚੱਲਦੀ ਹੈ, ਕਿ ਅਸੀਂ ਉਹ ਦੇ ਦਿਆਂਗੇ ਨੌਜਵਾਨਾਂ ਨੂੰ, ਆਪਣਾ ਕੰਮ ਵੀ ਕਰ ਸਕਦੇ ਆ। ਜੀ ਦੇਖੋ, ਨਰਿੰਦਰ ਮੋਦੀ ਜੀ 10 ਲੱਖ ਜੋ ਕਹਿੰਦੇ ਨੇ ਨਾ, ਉਹ ਇੱਕ ਬਹੁਤ ਵੱਡੀ ਅਮਾਊਂਟ ਦੱਸਦੇ ਨੇ, 10 ਲੱਖ। ਪਰ ਤੁਸੀਂ ਜਦੋਂ ਐਕਚੁਅਲ ਦੇ ਵਿੱਚ ਗਰਾਊਂਡ ਲੈਵਲ 'ਤੇ ਦੇਖਦੇ ਹੋ, 10 ਲੱਖ ਦਾ ਕੁਝ ਨਹੀਂ ਆਉਂਦਾ ਸਰ। 10 ਲੱਖ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ। ਤੁਸੀਂ ਇੱਕ ਛੋਟੀ ਜਿਹੀ ਦੁਕਾਨ ਵੀ ਨਹੀਂ ਪਾ ਸਕਦੇ 10 ਲੱਖ ਰੁਪਏ ਦੀ। ਅਤੇ ਇਹ ਸਕੀਮ, ਉਹ ਕੋਈ 30,000 ਰੁਪਇਆ ਤਨਖਾਹ ਹੈ ਉਹਨਾਂ ਦੀ, 30-32 ਹਜ਼ਾਰ ਰੁਪਇਆ। ਪਹਿਲਾਂ ਤਾਂ 30-32 ਹਜ਼ਾਰ 'ਚ ਕੁਛ ਨਹੀਂ ਹੁੰਦਾ। ਫਿਰ 10 ਲੱਖ ਰੁਪਇਆ ਜਦੋਂ ਦੇ ਦੇਣਗੇ 21 ਸਾਲ ਦੀ ਉਮਰ ਦੇ ਵਿੱਚ, ਉਹ ਬੰਦਾ ਨੂੰ ਇੱਕ ਦੁਕਾਨ ਕਰਨ ਵਾਸਤੇ ਵੀ ਇੱਕ ਐਕਸਪੀਰੀਅੰਸ ਚਾਹੀਦਾ ਹੁੰਦਾ ਹੈ। ਉਹ 10 ਲੱਖ ਰੁਪਏ ਦਾ ਉਹਦੇ ਕੋਲ ਨਾ ਤਾਂ ਕੁਛ ਮਟੀਰੀਅਲ ਹੋਣਾ, ਨਾ ਕੋਈ ਟ੍ਰੇਨਿੰਗ ਹੋਊਗੀ, ਅਤੇ ਉਹ 10 ਲੱਖ ਰੁਪਇਆ ਵੀ ਐਵੇਂ ਉਹ ਪ੍ਰਯੋਗਾਂ ਦੇ ਵਿੱਚ ਵਿਚਾਰਾ ਸਮਾਪਤ ਕਰ ਦੂਗਾ। 2 ਤਰ੍ਹਾਂ ਦੀ ਤੰਦਰੁਸਤੀ ਹੁੰਦੀ ਹੈ, ਇੱਕ ਸਰੀਰਕ ਤੌਰ 'ਤੇ ਬੰਦਾ ਤੰਦਰੁਸਤ ਹੁੰਦਾ, ਇੱਕ ਮਾਨਸਿਕ ਤੌਰ 'ਤੇ। ਪਰ ਜਿਸ ਤਰ੍ਹਾਂ ਬੇਰੁਜ਼ਗਾਰੀ ਦਾ ਹਾਲ ਹੈ, ਹਾਲਾਂਕਿ ਦੇਸ਼ ਦੇ ਜਿਹੜੇ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ, ਉਹ ਇਹ ਕਹਿ ਚੁੱਕੇ ਆ ਕਿ ਅਸੀਂ ਤਾਂ ਬੇਰੁਜ਼ਗਾਰੀ ਨੂੰ ਇੱਕ ਤਰ੍ਹਾਂ ਦੇ ਨਾਲ ਖ਼ਤਮ ਕਰਨ ਦੀ ਗੱਲ ਕਰ ਰਹੇ ਹਾਂ। ਇਸ ਦੇ ਨਾਲ ਕਾਫੀ ਫਰਕ ਪੈ ਜਾਏਗਾ ਕੁਝ ਸਮੇਂ ਦੇ ਲਈ। ਔਰ ਦੂਜੇ ਪਾਸੇ ਬੇਰੁਜ਼ਗਾਰਾਂ ਦਾ ਹਾਲ ਕੀ ਲੱਗਦਾ ਤੁਹਾਨੂੰ? ਆਲੇ ਦੁਆਲੇ ਦੇ ਲੋਕਾਂ ਨਾਲ ਵੀ ਤੁਸੀਂ ਗੱਲਬਾਤ ਕਰਦੇ ਹੋਗੇ ਕਿ ਬੇਰੁਜ਼ਗਾਰੀ ਨੇ ਲੋਕਾਂ ਨੂੰ ਸਰੀਰਕ ਤੌਰ 'ਤੇ ਔਰ ਮਾਨਸਿਕ ਤੌਰ 'ਤੇ ਕਿੰਨਾ ਪਰੇਸ਼ਾਨ ਕੀਤਾ। ਦੇਖੋ, ਜਿੱਥੋਂ ਤੱਕ ਬੇਰੁਜ਼ਗਾਰੀ ਖਤਮ ਕਰਨ ਦੀ ਗੱਲ ਹੈ, ਇਹ ਗੱਲਾਂ ਨੇ, ਦਾਅਵੇ ਨੇ ਜਿਹੜੇ ਕਿ ਜਿਨ੍ਹਾਂ ਦੀ ਕੋਈ ਰਿਐਲਿਟੀ ਨਹੀਂ ਹੈਗੀ। ਜੇ ਕੇਂਦਰ ਦੀ ਸਰਕਾਰ ਬੇਰੁਜ਼ਗਾਰੀ ਖਤਮ ਕਰਨ ਵਾਸਤੇ ਥੋੜ੍ਹੀ ਜਿਹੀ ਵੀ ਗੰਭੀਰ ਹੁੰਦੀ ਤਾਂ 28 ਲੱਖ ਪਦ ਖਾਲੀ ਪਏ ਨੇ ਸਿਰਫ ਕੇਂਦਰ ਦੇ ਵਿੱਚ, ਅਤੇ ਸੂਬਾ ਸਰਕਾਰਾਂ ਦੇ ਵਿੱਚ ਲੱਖਾਂ ਹੀ ਪਦ ਖਾਲੀ ਪਏ ਨੇ। ਇਹ ਲੋਕ ਬੇਰੁਜ਼ਗਾਰੀ ਨਾ ਤਾਂ ਖਤਮ ਕਰਨਾ ਚਾਹੁੰਦੇ ਨੇ, ਇਹ ਸਿਰਫ ਗੱਲਾਂ ਕਰਨਾ ਚਾਹੁੰਦੇ ਨੇ। ਬੇਰੁਜ਼ਗਾਰੀ ਤੁਸੀਂ 4 ਸਾਲਾਂ ਵਾਸਤੇ ਖਤਮ ਕਰੋਗੇ? ਮੈਨੂੰ ਤਾਂ ਰੁਜ਼ਗਾਰ ਤੁਸੀਂ ਸਿਰਫ 4 ਸਾਲਾਂ ਵਾਸਤੇ ਦਿੱਤਾ ਨਾ। ਮੈਨੂੰ ਤਾਂ ਰੁਜ਼ਗਾਰ ਲਾਈਫ ਜਦੋਂ ਤੱਕ ਮੈਂ ਜੀਊਂਗਾ ਉਦੋਂ ਤੱਕ ਰੁਜ਼ਗਾਰ ਚਾਹੀਦਾ, ਉਦੋਂ ਬਾਅਦ 'ਚ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ। ਇਹ ਤਾਂ 4 ਸਾਲਾਂ ਬਾਅਦ ਮੈਥੋਂ ਰੁਜ਼ਗਾਰ ਖੋਲ੍ਹਿਆ ਇਹਨਾਂ ਨੇ। ਇਹ 28 ਲੱਖ ਭਰਤੀਆਂ ਜਿਹੜੀਆਂ ਨੇ ਉਹ ਤਾਂ ਤੁਸੀਂ ਖਾਲੀ ਪਈਆਂ ਨੇ। ਜਦੋਂ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਹਾਲੇ ਸੱਤਾ ਵਿੱਚ ਨਹੀਂ ਆਏ ਸੀ ਨਰਿੰਦਰ ਮੋਦੀ, ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ, ਉਹਨਾਂ ਨੇ ਇੱਕ ਗੱਲ ਕਹੀ ਸੀ 2014 ਦੀਆਂ ਚੋਣਾਂ ਦੇ ਦੌਰਾਨ ਪ੍ਰਚਾਰ ਕਰਦੇ ਆ ਕਿ ਹਰੇਕ ਸਾਲ 2 ਕਰੋੜ ਨੂੰ ਨੌਕਰੀ ਦਿੱਤੀ ਜਾਊਗੀ। 8 ਸਾਲ ਤਕਰੀਬਨ ਰਾਜ ਹੋ ਗਿਆ। ਰਾਹੁਲ ਗਾਂਧੀ ਵੀ ਵਿਰੋਧੀ ਧਿਰ ਦੇ ਵਿੱਚੋਂ ਨੇਤਾ ਹੋਣ ਦੇ ਨਾਤੇ ਉਹ ਇਹ ਗੱਲ ਕਹਿੰਦੇ ਆ ਕਿ ਹੁਣ ਤੱਕ 16 ਕਰੋੜ ਨੌਕਰੀਆਂ ਦੇ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ, ਪਰ ਹੋਇਆ ਕੱਖ ਨਹੀਂ ਹੈ। ਹਾਂ, ਬਿਲਕੁਲ। ਦੇਖੋ, ਸਰਕਾਰਾਂ ਕੋਈ ਵੀ ਹੋਣ, ਮੈਂ ਇਕੱਲੇ ਨਰਿੰਦਰ ਮੋਦੀ ਦੀ ਗੱਲ ਨਹੀਂ ਕਰਦਾ,
ਭਗਵੰਤ ਮਾਨ ਸਰਕਾਰ ਉਹ ਵੀ ਵੱਡੇ ਵੱਡੇ ਦਾਅਵੇ ਕਰਦੀ ਸੀ, ਹੁਣ 26,000 ਨੌਕਰੀਆਂ ਦੀ ਗੱਲ ਕਰਦੀ ਸੀ। ਕੀ ਹੋਇਆ? ਬਹੁਤ ਇਹੋ ਜਿਹੇ ਐਗਜ਼ਾਮਸ ਨੇ ਜਿਹੜੇ ਅਸੀਂ ਮੈਂ ਖੁਦ ਵੀ ਭਰਦਾ ਰਹਿਣਾ, ਅਤੇ 6 ਮਹੀਨੇ ਹੋ ਗਏ ਜੀ ਪੋਸਟਾਂ ਨਿਕਲੀਆਂ ਨੂੰ, ਹਜੇ ਤੱਕ 3-4 ਵਾਰ ਯੂਨੀਅਨਾਂ ਨੇ ਧਰਨੇ ਲਾਤੇ ਮੰਤਰੀਆਂ ਦੇ ਮੂਹਰੇ, ਮੁੱਖ ਮੰਤਰੀ ਦੇ ਘਰ ਮੂਹਰੇ, ਹਜੇ ਤੱਕ ਪੇਪਰ ਨਹੀਂ ਲੈ ਰਹੇ ਉਹ 6 ਮਹੀਨੇ। ਅਤੇ ਉਹ ਦਾਅਵਾ ਕਰ ਰਹੇ ਜੀ 1 ਮਹੀਨੇ ਦੇ ਵਿੱਚ ਅਸੀਂ ਭਰਤੀ ਪ੍ਰਕਿਰਿਆ ਪੂਰੀ ਕਰਾਂਗੇ। ਇਹ ਸਰਕਾਰਾਂ ਹੁੰਦੀਆਂ ਨੇ, ਇਹਨਾਂ ਦਾ ਇਹ ਸਿਰਫ ਆਪਣੀ ਐਸ਼ ਤੱਕ ਸੀਮਿਤ ਹੁੰਦੀਆਂ ਨੇ, ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਵੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਤਾਂ ਤੁਸੀਂ ਮਸਲਿਆਂ ਦੇ ਹੱਲ ਕੀ ਸਮਝਦੇ ਹੋ? ਅਗਨੀਪਥ ਸਕੀਮ ਇੱਕ ਪਾਸੇ ਹੋ ਗਈ, ਹੋਰ ਸਕੀਮਾਂ ਤੇ ਕਾਨੂੰਨ ਇੱਕ ਪਾਸੇ ਹੋ ਗਏ, ਲੋਕਾਂ ਨੂੰ ਸੌਖਾ ਕਰਨ ਦੇ ਲਈ ਕਿਹੜੀ ਚੀਜ਼ ਹੋਣੀ ਚਾਹੀਦੀ ਹੈ, ਪਾਲਿਸੀ ਕੀ ਹੋਣੀ ਚਾਹੀਦੀ? ਦੇਖੋ, ਇੱਕ ਤਰਕ ਜਿਹੜੀ ਆਪਣੀ ਸਰਕਾਰ ਹੈ, ਕੇਂਦਰ ਸਰਕਾਰ, ਉਹ ਵੀ ਇਹ ਵੀ ਦਿੰਦੀ ਹੈ ਵੀ ਜਿਹੜੀ ਫੌਜ ਤੇ ਐਕਸਪੈਂਸਿਸ ਘਟ ਜਾਣਗੇ ਅਗਨੀਪਥ ਦੇ, ਕਿਉਂਕਿ ਪੈਨਸ਼ਨ ਦਾ ਬਹੁਤ ਬੋਝ ਪੈਂਦਾ। ਤਾਂ ਮੈਂ ਨਰਿੰਦਰ ਮੋਦੀ ਜੀ ਨੂੰ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹਨਾ ਵੀ ਜਦੋਂ ਜੇ ਫੌਜ ਤੇ ਜੇ ਐਕਸਪੈਂਡੀਚਰ ਤੁਸੀਂ ਘਟਾਉਣਾ ਹੈ ਤਾਂ ਤੁਸੀਂ ਆਮ ਲੋਕਾਂ ਦੀ ਜੇਬ ਕੁਤਰੋਗੇ, ਤੁਸੀਂ ਆਪਣੇ ਐਕਸਪੈਂਡੀਚਰਸ ਘਟਾਓ। ਤੁਹਾਡੇ ਐਡੇ ਐਡੇ ਜਹਾਜ਼ ਨੇ, ਤੁਹਾਡੇ ਪਿੱਛੇ ਇੰਨੀ ਸਿਕਿਉਰਿਟੀ ਹੈ, ਤੁਸੀਂ ਉਹਨੂੰ ਘੱਟ ਕਰੋ। ਮੈਂ 178 ਰੁਪਏ ਦਾ ਰਿਚਾਰਜ ਕਰਾਉਣਾ ਆਪਣੇ ਫ਼ੋਨ 'ਚ, ਅਤੇ ਮੈਂ 1 ਮਹੀਨਾ ਫ੍ਰੀ ਕਾਲਿੰਗ ਕਰਦਾ, ਅਤੇ ਇਹਨਾਂ ਨੂੰ 25,000 ਇੱਕ ਮੰਤਰੀ ਨੂੰ ਕਾਲ ਦਾ ਮਿਲਦਾ। ਕਾਹਦਾ ਉਹ? ਜਦੋਂ ਸਾਰੇ ਦੇਸ਼ ਦੇ ਵਿੱਚ 200-250 ਰੁਪਏ ਦੇ ਵਿੱਚ ਫ੍ਰੀ ਕਾਲਿੰਗ ਹੁੰਦੀ ਹੈ ਤਾਂ 25,000 ਤੁਸੀਂ ਕਾਹਦੋਂ ਲੈਂਦੇ ਹੋ? ਜੇ ਕਿਸੇ ਘਰ ਦੇ ਵਿੱਚ ਐਕਸਪੈਂਸਿਸ ਵੱਧ ਜਾਣ ਤਾਂ ਆਪਾਂ ਪਿਤਾ ਦੀ ਸ਼ਰਾਬ ਬੰਦ ਕਰਾਂਗੇ ਕਿ ਬੱਚੇ ਦਾ ਦੁੱਧ ਬੰਦ ਕਰਾਂਗੇ? ਇਹ ਆਮ ਲੋਕਾਂ ਦੀ ਪੈਨਸ਼ਨ ਤਾਂ ਇਹਨਾਂ ਨੂੰ ਭਾਰੀ ਪੈ ਰਹੀ ਹੈ। ਉਹ ਤਾਂ ਇਹ ਦੇਣਾ ਨਹੀਂ ਚਾਹੁੰਦੇ ਫੌਜੀਆਂ ਨੂੰ ਜਿਨ੍ਹਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ। ਆਪਦੇ ਇਹਨਾਂ ਦੀ ਐਸ਼ ਪ੍ਰਸਤੀ ਵੱਧਦੀ ਜਾ ਰਹੀ ਹੈ, ਦਿਨੋਂ ਦਿਨ ਕਾਪਟਰਸ ਖਰੀਦ ਰਹੇ ਨੇ, ਦਿਨੋਂ ਦਿਨ ਇਹ ਆਪਣੇ ਪ੍ਰਾਈਵੇਟ ਜੈਟਸ ਖਰੀਦ ਰਹੇ ਨੇ। 1,000 ਕਰੋੜ ਦੇ 100 ਕਰੋੜ ਦੇ ਜਹਾਜ਼ ਨੇ ਇਹਨਾਂ ਕੋਲ, ਤੁਸੀਂ ਉਹ ਘਟਾਓ। ਤੁਸੀਂ ਆਮ ਲੋਕਾਂ ਦੀ ਜੇਬ ਤੇ ਡਾਕਾ ਥੋੜੀ ਮਾਰੋਗੇ। ਇਹ ਤਾਂ ਵੈਸੇ ਵੀ ਸਰਕਾਰ ਹੈ ਜਿਹੜੀ ਖਾਸ ਕਰਕੇ ਭਾਜਪਾ ਪਾਰਟੀ ਜਦੋਂ ਦੀ ਕੇਂਦਰ ਵਿੱਚ ਆਈ ਹੈ, ਸਭ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਪੰਜਾਬ ਦੇ ਲੀਡਰ ਐਸੇ ਨੇ ਜਿਹੜੇ ਉਹਨਾਂ ਦੇ ਨਾਲ ਇਸ ਕਰਕੇ ਮਿਲਦੇ ਨੇ, ਕਹਿੰਦੇ ਸਭ ਤੋਂ ਵੱਧ ਭਾਜਪਾ ਜਾਂ ਕੇਂਦਰ ਸਰਕਾਰ ਸੁਰੱਖਿਆ ਦੀ ਗੱਲ ਕਰਦੀ ਹੈ, ਦੇਸ਼ ਦੀ ਸੁਰੱਖਿਆ ਜ਼ਰੂਰੀ ਹੈ। ਕੇਜਰੀਵਾਲ ਵੀ ਬਿਆਨ ਜਦੋਂ ਵੀ ਸੁਣ ਲਓ ਕਹਿੰਦੇ ਦੇਸ਼ ਦੀ ਸੁਰੱਖਿਆ ਦੇ ਨਾਲ ਅਸੀਂ ਸਮਝੌਤਾ ਨਹੀਂ ਕਰਾਂਗੇ। ਫਿਰ ਦੇਸ਼ ਦੀ ਸੁਰੱਖਿਆ ਕੀ ਇਹਨਾਂ ਪਾਲਿਸੀਆਂ ਨਾਲ ਹੋਵੇਗੀ ਜਾਂ ਤਰੀਕਾ ਹੋਰ ਲੱਭਣਾ ਪੈਣਾ? ਦੇਖੋ, ਦੇਸ਼ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ, ਸਭ ਤੋਂ ਜ਼ਰੂਰੀ ਹੈ। ਮੈਂ ਕਹਿੰਦਾ ਸਭ ਤੋਂ ਫਸਟ ਚੀਜ਼ ਹੀ ਦੇਸ਼ ਦੀ ਸਿਕਿਉਰਿਟੀ ਹੈ। ਜੇ ਤੁਸੀਂ ਸੁਰੱਖਿਅਤ ਨਹੀਂ ਤਾਂ ਤੁਸੀਂ ਖੁਸ਼ ਨਹੀਂ ਹੈਗੇ, ਚਾਹੇ ਤੁਹਾਡੇ ਕੋਲ ਜਿੰਨਾ ਮਰਜ਼ੀ ਧਨ ਹੈ, ਜੋ ਮਰਜ਼ੀ ਤੁਸੀਂ ਫਿਜ਼ੀਕਲੀ ਫਿੱਟ ਹੋ। ਜੇ ਤੁਸੀਂ ਸੁਰੱਖਿਆ ਨਹੀਂ ਮਹਿਸੂਸ ਕਰ ਰਹੇ, ਫਿਰ ਕੁਝ ਨਹੀਂ ਮਹਿਸੂਸ ਕਰ ਰਹੇ ਤੁਸੀਂ। ਪਰ ਇੱਕ ਨੌਜਵਾਨ ਜਿਹੜਾ ਫੌਜ ਦੇ ਵਿੱਚ ਹੈ, ਉਹਦੀ 4 ਸਾਲਾਂ ਵਾਸਤੇ ਚੁਣਿਆ ਗਿਆ, ਉਹਦੀ 1 ਸਾਲ ਟ੍ਰੇਨਿੰਗ 'ਚ ਲੰਘੀ, ਉਹਨੂੰ ਪਤਾ ਮੈਂ ਸਿਰਫ 3 ਸਾਲਾਂ ਵਾਸਤੇ ਇਹਦੇ ਵਿੱਚ ਹਾਂ। ਉਹ ਇੱਕ ਖੁਸ਼ੀ ਮਹਿਸੂਸ ਕਰੂਗਾ ਸਰਵਿਸ ਕਰਦੇ ਕਰਦੇ। ਉਹਦੇ ਅੰਦਰ ਇੱਕ ਡਰ ਹੋਊਗਾ, ਇੱਕ ਦਬਾਅ ਹੋਊਗਾ, ਇੱਕ ਦਬਾਅ ਨੂੰ ਮਹਿਸੂਸ ਕਰੀ ਜਾਊਗਾ ਵੀ 3 ਸਾਲਾਂ ਬਾਅਦ ਕੀ ਕਰਾਂਗੇ। ਉਹਦੇ ਮਨ ਦੇ ਹੀ ਚਿੰਤਾ ਰਹੀ ਜਾਊਗੀ। ਇਹ ਦੇਸ਼ ਦੀ ਸੁਰੱਖਿਆ ਨਾਲ ਦੀ ਕੋਈ ਚਿੰਤਾ ਦੀ ਗੱਲ ਨਹੀਂ, ਇਹ ਉਹਦੇ ਨਾਲ ਖਿਲਵਾੜ ਹੈ ਜਿਹੜੀ ਭਾਜਪਾ ਕਰ ਰਹੀ ਹੈ, ਅਤੇ ਇਹ ਬਹੁਤ ਜ਼ਿਆਦਾ ਡਿਜ਼ਾਸਟਰਸ ਸਾਬਿਤ ਹੋਣ ਵਾਲਾ ਹੈ। ਨਰਿੰਦਰ ਮੋਦੀ ਸਰਕਾਰ ਨੂੰ, ਉਹਨਾਂ ਦੇ ਮੰਤਰੀਆਂ ਨੂੰ, ਕੌਂਸਲ ਆਫ ਮਿਨਿਸਟਰ ਮੰਤਰੀ ਪਰਿਸ਼ਦ ਨੂੰ ਇਹ ਬਹੁਤ ਜਲਦੀ ਸਮਝ ਲੈਣਾ ਚਾਹੀਦਾ ਵੀ ਇਹ ਚੀਜ਼ ਬਹੁਤ ਜ਼ਿਆਦਾ ਵਿਨਾਸ਼ਕਾਰੀ ਸਿੱਧ ਹੋਊਗੀ। ਇਹ ਪ੍ਰਯੋਗ ਨੂੰ ਨਾ ਕਰਨ, ਇਹ ਤੁਗਲਕੀ ਫਰਮਾਨ ਵਾਪਸ ਲੈਣਾ ਜਲਦ ਤੋਂ ਜਲਦ। ਤੁਸੀਂ ਸਾਡੇ ਨਾਲ ਚਰਚਾ ਕੀਤੀ ਹੈ ਜੀ, ਸ਼ੁਕਰੀਆ, ਧੰਨਵਾਦ, ਬਹੁਤ ਬਹੁਤ ਧੰਨਵਾਦ। ਤਾਂ ਇੱਕ ਨੌਜਵਾਨ ਕੀ ਸੋਚਦਾ ਹੈ ਇਸ ਬਾਰੇ ਅਸੀਂ ਚਰਚਾ ਕੀਤੀ ਹੈ ਕਿ ਦੇਸ਼ ਦੇ ਬੇਰੁਜ਼ਗਾਰੀ ਖਤਮ ਕਰਨ ਦਾ ਤਰੀਕਾ ਹੋਰ ਹੋਣਾ ਚਾਹੀਦਾ ਹੈ ਜਾਂ ਨਹੀਂ, ਕਿਉਂਕਿ ਹਾਲੇ ਤੱਕ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਹੈਰਾਨੀਜਨਕ ਗੱਲ ਇਹ ਹੈ ਕਿ ਸਿਰਫ ਨਰੇਗਾ ਕਾਨੂੰਨ ਨੂੰ ਛੱਡ ਕੇ ਪੇਂਡੂ ਖੇਤਰ ਵਿੱਚ ਉਹ ਵੀ 100 ਦਿਨ ਦੀ ਗਰੰਟੀ ਸੀ ਕਿ 100 ਦਿਨ ਦਾ ਕੰਮ ਨਹੀਂ ਮਿਲਦਾ, ਬਹੁਤ ਸਾਰੀਆਂ ਉਣਤਾਈਆਂ ਉਸ ਕਾਨੂੰਨ ਵਿੱਚ ਵੀ ਨੇ। ਹਾਲੇ ਤੱਕ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਐਸਾ ਨਹੀਂ ਬਣਿਆ ਕਿ ਜਿਹੜਾ ਰੁਜ਼ਗਾਰ ਦੀ ਗਰੰਟੀ ਕਰਦਾ ਹੋਵੇ। ਪਰ ਇਸ ਤਰ੍ਹਾਂ ਦੀਆਂ ਸਕੀਮਾਂ ਦੇਸ਼ ਦੇ ਲਈ ਚੰਗੀਆਂ ਸਾਬਤ ਹੁੰਦੀਆਂ ਨੇ ਜਾਂ ਘਾਤਕ ਸਾਬਤ ਹੁੰਦੀਆਂ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਵੀ ਹੋਣਗੇ। ਪਰ ਜਿਹੜੇ ਸ਼ੰਕੇ ਪੈਦਾ ਹੋ ਰਹੇ ਨੇ, ਦੇਸ਼ ਦੀ ਜਵਾਨੀ ਸੜਕਾਂ ਤੇ ਉਤਰੀ ਹੈ, ਅੱਗਾਂ ਲੱਗ ਰਹੀਆਂ ਨੇ, ਅਗਨੀਪਥ ਦਾ ਰਾਹ ਜਿਹੜਾ ਨੌਜਵਾਨਾਂ ਨੇ ਫੜਿਆ ਉਹ ਉਹਨਾਂ ਦੀ ਮਜਬੂਰੀ ਵਿੱਚੋਂ ਹੈ। ਇਹ ਸਾਰੀਆਂ ਚਰਚਾਵਾਂ ਹੋਣੀਆਂ ਲੋਕਤੰਤਰ ਦੇ ਵਿੱਚ ਲਾਜ਼ਮੀ ਨੇ ਤਾਂ ਕਿ ਦੇਸ਼ ਨੂੰ ਸਹੀ ਦਿਸ਼ਾ ਦੇ ਵਿੱਚ ਔਰ ਦਸ਼ਾ ਦੇ ਵਿੱਚ ਲਿਜਾਇਆ ਜਾ ਸਕੇ। ਹੁਣ ਉਮੀਦ ਹੈ ਕਿ ਸਰਕਾਰ ਜੋ ਵੀ ਬਗਾਵਤ ਉੱਠਦੀ ਹੈ, ਵਿਰੋਧ ਉੱਠਦਾ ਤੇ ਉਸ ਦੀ ਵੀ ਪੂਰੀ ਪੈਰਵਾਈ ਕਰੇ, ਉਸ ਦੇ ਉੱਤੇ ਗੱਲ ਕਰੇ, ਚਰਚਾ ਕਰੇ ਔਰ ਜੋ ਸਹੀ ਲੋਕਾਂ ਦੇ ਲਈ ਹੈ ਉਸੀ ਫੈਸਲੇ ਲਏ ਜਾਣ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।